ਮਨਜੀਤ ਸਿੰਘ ਰਾਜਪੁਰਾ ਹੁਣਾਂ ਦੀ ਲਿਖੀ ਹੋਈ ਕਿਤਾਬ ਲੰਡੇ ਚਿੜਿਆਂ ਦੀ ਉਡਾਰੀ, ਜਿਨ੍ਹਾਂ ਨੂੰ ਆਪਣੇ ਘੁਮੱਕੜਾਂ ਦੀ ਇੱਕ ਆਤਮ ਕਥਾ ਲਿਖਦੇ ਨੇ, ਉਹਦੇ ਵਿੱਚ ਉਹਨਾਂ ਨੇ ਬਹੁਤ ਹੀ ਸੋਹਣਾ ਸਲੀਕਾ ਲਿਖਿਆ ਕਿ ਜੇ ਤੁਸੀਂ ਸਿਆਣੇ ਵਾਲੇ ਹੋ, ਸਲੀਕੇ ਵਾਲੇ ਹੋ, ਤਾਂ ਇਹ ਕਿਤਾਬ ਗਲਤੀ ਨਾਲ ਤੁਹਾਡੇ ਹੱਥ ਆ ਗਈ ਹੈ ਅਤੇ ਇਹਨੂੰ ਵਗਾ ਕੇ ਗਲੀ 'ਚ ਮਾਰੋ। ਤੁਹਾਡੇ ਲਈ ਇਹ ਕਿਤਾਬ ਨਹੀਂ ਲਿਖੀ ਗਈ, ਇਹ ਉਹਨਾਂ ਲਈ ਲਿਖੀ ਗਈ ਹੈ ਜਿਹੜੇ ਪਰਾਲੀ 'ਤੇ ਬੈਠੇ ਆ, ਜਦੋਂ ਕੁੱਤੇ ਉਹਨਾਂ ਨੂੰ ਮੂੰਹ 'ਤੇ ਚੱਟ ਜਾਂਦੇ ਸੀ ਤਾਂ ਅਸਮਾਨ ਵੱਲ ਮੂੰਹ ਕਰਕੇ ਕਹਿੰਦੇ ਸੀ ਕਿੰਨੇ ਭਾਗਾਂ ਵਾਲਾ ਦਿਨ ਚੜ੍ਹਿਆ, ਰੱਬ ਦੇ ਦਰਵੇਸ਼ ਅੱਜ ਆਦ ਸਾਡੇ ਨਾਲ ਪਾਰੀ ਕਰਨ ਆਏ ਨੇ। ਸੋ ਇਹ ਥੋੜ੍ਹਾ ਜਿਹਾ ਕੰਟੈਕਸਟ ਦਿੱਤਾ ਹੈ ਕਿ ਕਿੱਦਾਂ ਖੁੱਲ੍ਹ ਦਿਲੀ ਦੇ ਨਾਲ ਮਨਜੀਤ ਸਿੰਘ ਰਾਜਪੁਰਾ ਲਿਖਦੇ ਨੇ। ਆਪ ਖੁਦ ਉਹ ਨਾਸਤਕ ਰਹੇ ਨੇ। ਨਾਸਤਕ ਦਾ ਇੱਕ ਭਾਗ ਜਿਹੜਾ ਹੈ ਤਰਕਸ਼ੀਲਤਾ ਦੇ ਨਾਲ ਉਹਨਾਂ ਦਾ ਬੜਾ ਵੱਡਾ ਨਾਤਾ ਰਿਹਾ। ਥੋੜ੍ਹੇ ਟਾਈਮ ਬਾਅਦ ਉਹਨਾਂ ਦੇ ਵਿਚਾਰ ਬਦਲ ਗਏ ਨੇ। ਹੋ ਸਕਦਾ ਲੇਖ ਦੇ ਵਿੱਚ ਮੈਨੂੰ ਹੋਰ ਮਿਲ ਜਾਵੇ। ਲੇਖ ਸ਼ੁਰੂ ਕਰਦੇ ਹਾਂ। ਲੇਖ ਦੇ ਵਿੱਚ ਜਿਹੜਾ ਸਿਰਲੇਖ ਹੈ ਉਹ ਹੈਗਾ ਨਾਸਤਕਾਂ ਦੇ ਮੱਕੇ 'ਚ, ਅਤੇ ਇਹਨਾਂ ਨੇ ਸਬ ਹੈਡਿੰਗ ਦਿੱਤਾ ਉਹਦੇ ਵਿੱਚ ਕਿ ਤਰਕਸ਼ੀਲ ਜਾਂ ਕਾਮਰੇਡ ਵਿਚਾਰਾਂ ਦੀ ਆਜ਼ਾਦੀ ਦੇ ਬਹੁਤ ਵੱਡੇ ਹਮਾਇਤੀ ਨੇ। ਇਹ ਲੇਖ ਉਸ ਹੀ ਆਜ਼ਾਦੀ ਨੂੰ ਮਾਨਣ ਲਈ ਲਿਖਿਆ ਗਿਆ। ਅਤੇ ਸ਼ੁਰੂ ਕਰਦੇ ਹਾਂ ਲੇਖ। ਕਹਿੰਦੇ ਭਈ ਨਾਸਤਕਾਂ ਦਾ ਵੀ ਕੋਈ ਮੱਕਾ ਹੋ ਸਕਦਾ ਹੈ। ਜੇ ਕਾਂਟੋ ਦੀ ਪੂਛ ਹੋ ਸਕਦੀ ਹੈ ਤਾਂ ਨਾਸਤਕਾਂ ਦਾ ਮੱਕਾ ਕਿਉਂ ਨਹੀਂ ਹੋ ਸਕਦਾ। ਨਾਸਤਕਾਂ ਦੇ ਉਂਝ ਤਾਂ ਬਹੁਤ ਸਾਰੇ ਅੱਡੇ ਨੇ, ਪਰ ਸਭ ਤੋਂ ਵੱਡਾ ਮੱਕਾ ਵਿਜੇਵਾੜਾ ਆਂਧਰਾ ਪ੍ਰਦੇਸ਼ 'ਚ ਹੈ। ਕਈ ਸਾਲ ਪਹਿਲਾਂ ਮੈਨੂੰ ਅਤੇ ਮੇਰੇ ਦੋਸਤ ਗੁਰਿੰਦਰ ਆਜ਼ਾਦ ਨੂੰ ਉੱਥੇ ਗੇੜਾ ਮਾਰਨ ਦਾ ਮੌਕਾ ਮਿਲਿਆ। ਤਰਕਸ਼ੀਲ ਸੁਸਾਇਟੀ 'ਚ ਮੈਂ ਵੀ ਕਈ ਸਾਲ 'ਚ ਤਰਕਸਾਏ। ਮੈਨੂੰ ਇਨਕਲਾਬ ਦਾ ਤਾਪ ਇੰਝ ਚੜ੍ਹਿਆ ਹੋਇਆ ਸੀ ਜਿਵੇਂ ਮੋਰ ਮੋਰਨੀ ਨੂੰ ਆਪਣੇ ਵੱਲ ਖਿੱਚਣ ਲਈ ਪੈਲ ਪਾ ਕੇ ਨੱਚਦਾ। ਮੈਨੂੰ ਲੱਗਦਾ ਸੀ ਮੋਰਨੀ ਦੇ ਆਂਡਿਆਂ 'ਚੋਂ ਇਨਕਲਾਬੀ ਚੂਚੇ ਬਸ ਮੈਂ ਹੀ ਕੱਢ ਸਕਦਾ। ਵਿਜੇਵਾੜਾ 'ਚ 2 ਸਾਲ ਬਾਅਦ ਹਿੰਦੁਸਤਾਨ ਭਰ ਦੇ ਨਾਸਤਕਾਂ ਦਾ ਇੱਕ ਇਕੱਠ ਹੁੰਦਾ, ਜਿਹਦੇ ਵਿੱਚ ਰੱਬ ਦੀ ਪੂਛ ਕੱਟ ਕੇ ਉਹਨੂੰ ਲੰਡਾ ਕਰਨ ਦੀਆਂ ਸਕੀਮਾਂ ਘੜੀਆਂ ਜਾਂਦੀਆਂ ਨੇ। ਪਰ ਰੱਬ ਦੀ ਪੂਛ ਟੁੱਟਣ ਦੀ ਬਜਾਏ ਹੋਰ ਮੋਟੀ ਹੋਈ ਜਾ ਰਹੀ ਹੈ। ਨਾਸਤਕਾਂ ਦੇ ਮੱਕੇ ਦਾ ਨੀਂਹ ਪੱਥਰ ਗੋਪੀ ਰਾਜੂ ਰਾਮਾਚੰਦਰਨ ਰਾਓ, ਜਿਸ ਦਾ ਛੋਟਾ ਨਾਂ ਗੋਰਾ ਸੀ, ਉਸਨੇ ਆਪਣੀ ਬਹੂ ਸਰਸਵਤੀ ਗੋਰਾ ਨਾਲ ਮਿਲ ਕੇ ਰੱਖਿਆ ਸੀ। ਉਹ 1902 ਵਿੱਚ ਤੇਲਗੂ ਬ੍ਰਾਹਮਣ ਪਰਿਵਾਰ ਵਿੱਚ ਛਤਰਪੁਰ ਉੜੀਸਾ 'ਚ ਜੰਮਿਆ ਸੀ। 1922 'ਚ ਉਹਦਾ ਵਿਆਹ ਸਰਸਵਤੀ ਨਾਲ ਹੋਇਆ, ਜੋ ਕਿ ਉਸ ਸਮੇਂ 10 ਸਾਲ ਦੀ ਸੀ। ਗੋਰੇ ਨੇ ਜੜੀ ਬੂਟੀ ਸਾਇੰਸ ਜਾਣੀ ਕਿ ਬੋਟਨੀ ਵਿੱਚ ਆਪਣੀ ਡਿਗਰੀ ਕੀਤੀ। ਉਸਨੇ ਮਦੁਰਾਈ, ਕੋਇੰਬਟੂਰ ਅਤੇ ਕੋਲੰਬੋ ਦੇ ਕਾਲਜਾਂ 'ਚ ਪੜ੍ਹਾਇਆ। ਗੋਰੇ ਨੇ 1920 ਵਿੱਚ ਨਾਸਤਕਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਸਦੇ ਨਾਸਤਿਕ ਵਿਚਾਰਾਂ ਕਾਰਨ ਉਹਨੂੰ 1933 ਵਿੱਚ PR ਕਾਲਜ ਕਾਕੀਨਾਡਾ ਤੋਂ ਨੌਕਰੀ ਤੋਂ ਹਟਾ ਦਿੱਤਾ ਗਿਆ। 1940 ਵਿੱਚ ਗੋਰੇ ਅਤੇ ਉਹਦੀ ਬਹੂ ਨੇ ਕ੍ਰਿਸ਼ਨਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮੁਦਨੂਰ ਵਿੱਚ ਨਾਸਤਕਾਂ ਦਾ ਮੱਕਾ ਜਾਣੀ ਕਿ ਅਥੀਸਟ ਸੈਂਟਰ ਜਿਹੜਾ ਹੈ ਉਹ ਸ਼ੁਰੂ ਕੀਤਾ। 1947 ਵਿੱਚ ਨਾਸਤਕਾਂ ਦਾ ਮੱਕਾ ਵਿਜੇਵਾੜਾ ਵਿਖੇ ਲੈ ਆਇਆ। ਨਾਸਤਕਾਂ ਉੱਤੇ ਉਸਨੇ ਪਹਿਲੀ ਕਿਤਾਬ ਤੇਲਗੂ ਵਿੱਚ ਛਾਪੀ। ਗੋਰੇ ਅਤੇ ਗਾਂਧੀ ਦੀਆਂ ਆਪਸ ਵਿੱਚ ਕਈ ਮੁਲਾਕਾਤਾਂ ਹੋਈਆਂ। ਗੋਰੇ ਨੇ ਭਾਰਤ ਛੱਡੋ ਅੰਦੋਲਨ 'ਚ ਹਿੱਸਾ ਵੀ ਲਿਆ। 1972 ਵਿੱਚ ਗੋਰੇ ਨੇ ਵਿਜੇਵਾੜਾ ਵਿਖੇ ਨਾਸਤਕਾਂ ਦੀ ਪਹਿਲੀ ਸੰਸਾਰ ਕਾਨਫਰੰਸ ਕਰਵਾਈ। 15 ਅਗਸਤ 1972 ਨੂੰ ਭਾਰਤ ਦੀ ਆਜ਼ਾਦੀ ਦੇ ਚਾਂਦੀ ਦਿਹਾੜੇ ਦੇ ਮੌਕੇ ਗੋਰੇ ਨੇ ਵਿਜੇਵਾੜਾ ਵਿੱਚ ਗਾਂ ਅਤੇ ਸੂਰ ਦਾ ਮੀਟ ਦਾ ਜੱਗ ਕਰਕੇ ਤੜਥੱਲੀ ਮਚਾ ਦਿੱਤੀ। ਪੁਰੀ ਦੇ ਸ਼ੰਕਰਾਚਾਰੀਆ ਨੇ ਇਸ ਜੱਗ ਦਾ ਭੋਗ ਪਾਉਣ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੱਕ ਗੱਲ ਪਹੁੰਚ ਗਈ। ਉਸਨੇ ਗੋਰੇ ਦੀ ਪੁਲਿਸ ਸਹਾਇਤਾ ਦੇ ਦਿੱਤੀ। ਉਸ ਮੌਕੇ ਇਕੱਠੀ ਹੋਈ ਭੀੜ 'ਚੋਂ 138 ਜਾਣਿਆਂ ਨੇ ਗਾਂ ਅਤੇ ਸੂਰ ਦਾ ਮੀਟ ਖਾਧਾ, ਜਿਸ ਵਿੱਚ ਨਾਸਤਕ, ਹਿੰਦੂ, ਮੁਸਲਮਾਨ ਅਤੇ ਈਸਾਈ ਸ਼ਾਮਲ ਸਨ। ਲਓ ਜੀ, ਇਹ ਸੀ ਗੋਰੇ ਦੀ ਕਹਾਣੀ। ਗੋਰੇ ਦੀ ਕਹਾਣੀ ਨੂੰ ਫੇਰ ਪੰਜਾਬ ਦੇ ਕਾਮਰੇਡਾਂ ਨੇ ਤੜਕਾ ਲਾਇਆ। ਪੰਜਾਬ ਵਿੱਚ ਨਕਸਲਵਾੜੀ ਲਹਿਰ ਦਾ ਭੋਗ ਪੈਣ ਤੋਂ ਬਾਅਦ ਜਿਹੜੀ ਬਚੀ ਖੁਸ਼ੀ ਰਹਿੰਦ ਖੂੰਹਦ ਸੀ, ਉਹਨਾਂ ਦੇ ਕੰਮ ਕਰਨ ਲਈ ਕੋਈ ਕੰਮ ਨਹੀਂ ਸੀ ਬਚਿਆ। ਉਸੇ ਨੇ ਤਰਕਸ਼ੀਲਤਾ ਵਾਲਾ ਕੰਮ ਵਿੱਢ ਲਿਆ। ਜਿਵੇਂ ਗਰਮੀਆਂ ਵਿੱਚ ਕੁਲਫੀ ਦੀ ਰੇਹੜੀ ਲਾਉਣ ਵਾਲੇ ਸਿਆਲ ਸ਼ੁਰੂ ਹੋਣ 'ਤੇ ਤੱਤੀ ਮੂੰਗਫਲੀ ਦੀ ਰੇਹੜੀ ਲਾ ਲੈਂਦੇ ਨੇ। ਵਿਚਾਰਾਂ ਦੀ ਦੁਨੀਆ ਦੇ ਫਿਲਾਸਫਰ ਕਹਿੰਦੇ ਨੇ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਵਿਚਾਰ ਰੱਖਣ ਲਈ ਆਜ਼ਾਦ ਹੈ, ਪਰ ਕਮਾਲ ਦੇਖੋ, ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਅਗਾਂਹ ਵਧੂ ਫਲਸਫੇ ਦੇ ਕਹਾਉਣ ਵਾਲੇ ਲੋਕਾਂ ਵਿੱਚ ਇਹ ਦੱਸਣ ਤੁਰ ਪਏ ਨੇ ਕਿ ਤੁਹਾਡੇ ਵਿਚਾਰ ਮੂਲੋਂ ਹੀ ਗਲਤ ਨੇ। ਸਹੀ ਵਿਚਾਰ ਬਸ ਸਾਡੇ ਕੋਲ ਨੇ। ਇਸੇ ਕਰਕੇ ਜੇ ਚੰਗੀ ਜ਼ਿੰਦਗੀ ਜਿਉਣੀ ਹੈ ਤਾਂ ਤੁਸੀਂ ਸਾਡੇ ਵਾਂਗ ਸਾਡੇ ਵਿਚਾਰ ਅਪਣਾਓ। ਇਹ ਬਿਲਕੁਲ ਇੱਦਾਂ ਹੀ ਹੈ ਜਿਵੇਂ ਕੋਈ ਬੋਤਾ ਕਹੇ ਵੀ ਮੈਂ ਕਿੱਕਰਾਂ ਦੀ ਲੁੰਗ ਖਾਨਾ ਆ, ਇਸ ਕਰਕੇ ਬਾਕੀ ਜਾਨਵਰ ਵੀ ਕਿੱਕਰਾਂ ਦੀ ਲੁੰਗ ਖਾਣ। ਜਗਤ ਪ੍ਰਸਿੱਧ ਵਿਚਾਰਵਾਨ ਡੇਲ ਕਾਰਨੇਰੀ ਆਪਣੀ ਕਿਤਾਬ ਦੋਸਤ ਕਿਵੇਂ ਬਣਾਈਏ, ਹਾਊ ਟੂ ਮੇਕ ਫਰੈਂਡਸ ਵਿੱਚ ਲਿਖਦਾ ਹੈ ਕਿ ਜੇਕਰ ਕੋਈ ਦੂਜਾ ਸਾਡੇ ਵਿਚਾਰਾਂ ਨੂੰ ਰੱਦ ਕਰ ਦੇਵੇ, ਭਾਵੇਂ ਉਹ ਵਿਚਾਰ ਆਪ ਵੀ ਠੀਕ ਨਾ ਲੱਗਣ, ਪਰ ਦੂਜੇ ਦੇ ਉਸ ਨੂੰ ਰੱਦ ਕਰਨ ਨਾਲ ਸਾਡਾ ਉਹ ਵਿਚਾਰ ਸਾਡੇ ਸਵੈਭੀਮਾਨ ਦਾ ਸਵਾਲ ਬਣ ਜਾਂਦਾ। ਫਿਰ ਅਸੀਂ ਉਸ ਨੂੰ ਕਿਸੇ ਵੀ ਕੀਮਤ 'ਤੇ ਛੱਡਣ ਲਈ ਤਿਆਰ ਨਹੀਂ ਹੁੰਦੇ। ਉਹ ਮਿਸਾਲ ਦਿੰਦਾ ਹੈ ਕਿ ਜੇਕਰ ਕੋਈ ਕਹੇ ਸਾਡਾ ਕੁੱਤਾ ਬਹੁਤ ਭੈੜਾ ਹੈ, ਇਹ ਲੋਕਾਂ ਨੂੰ ਵੱਢਦਾ ਹੈ, ਮੁਹੱਲੇ 'ਚ ਗੰਦ ਪਾਉਂਦਾ ਹੈ, ਤਾਂ ਅਸੀਂ ਪੂਰੀ ਤਾਕਤ ਲਾ ਕੇ ਕੁੱਤੇ ਨੂੰ ਸਹੀ ਸਿੱਧ ਕਰਾਂਗੇ, ਕਿਉਂਕਿ ਕਿਸੇ ਨੇ ਸਾਡੇ ਕੁੱਤੇ ਨੂੰ ਗਲਤ ਨਹੀਂ ਕਿਹਾ, ਸਗੋਂ ਸਾਡੇ ਸਵੈਭੀਮਾਨ ਸਾਡੀ ਮੈਂ ਨੂੰ ਚੁਣੌਤੀ ਦਿੱਤੀ ਹੈ। ਜਦ ਕਿ ਮਹਾਨ ਮਨੋਵਿਗਿਆਨੀ ਤਰਕਸ਼ੀਲ ਹੁਣ ਤੱਕ ਲੋਕਾਂ ਨੂੰ ਇਹੀ ਦੱਸਦੇ ਆਏ ਨੇ ਕਿ ਤੁਹਾਡਾ ਧਰਮ ਗਲਤ ਹੈ, ਤੁਹਾਡਾ ਭਰੋਸਾ ਗਲਤ ਹੈ, ਤੁਹਾਡੇ ਰੀਤੀ ਰਿਵਾਜ ਗਲਤ ਨੇ। ਮਤਲਬ ਸਿੱਧਾ ਆਮ ਲੋਕਾਂ ਦੇ ਸਵੈਭੀਮਾਨ ਜਾਣੀ ਕਿ ਉਹਨਾਂ ਦੀ ਮੈਂ 'ਤੇ ਹਮਲਾ ਕੀਤਾ ਜਾ ਰਿਹਾ। ਨਤੀਜਾ ਕੀ ਹੋਇਆ? ਲੋਕ ਉਹਨਾਂ ਤੋਂ ਦੂਰ ਹੋ ਗਏ।
ਹੋਰਾਂ ਨੂੰ ਮਨੋਵਿਗਿਆਨ ਪਕੜਾਉਣ ਦਾ ਦਾਅਵਾ ਕਰਨ ਵਾਲੇ ਆਪਣੇ ਦਿਮਾਗ ਵਿਗਿਆਨਕ ਸੋਚ ਨਾਲ ਇੰਨੇ ਜਰਖੇਜ਼ ਹੋ ਗਏ ਨੇ ਕਿ ਉਹਨਾਂ ਵਿੱਚ ਕੁਦਰਤੀ ਖੇਤੀ ਕਰਕੇ ਜਾਂ ਉਹਨਾਂ 'ਚ ਗੰਡੋਏ ਵੀ ਪਾਲੇ ਜਾ ਸਕਦੇ ਨੇ। ਤਰਕਸ਼ੀਲ ਸੁਸਾਇਟੀ ਦਾ ਪਹਿਲਾਂ ਇੱਕ ਧੜਾ ਸੀ, ਫਿਰ ਦੋ ਬਣ ਗਏ, ਫਿਰ ਪਤਾ ਹੀ ਨਹੀਂ ਕਿੰਨੇ ਧੜੇ ਬਣ ਗਏ। ਜਿਵੇਂ ਨਿਆਣਿਆਂ ਦਾ ਇੱਕ ਧੜਾ ਦੂਜੇ ਨੂੰ ਬਾਲ ਨਾ ਦੇਵੇ ਅਤੇ ਦੂਜਾ ਧੜਾ ਖੇਡਣ ਲਈ ਆਪਣੀ ਬਾਲ ਲੈ ਆਵੇ। ਕਾਮਰੇਡਾਂ ਨੇ ਚਲਾ ਕੇ ਤਰਕਸ਼ੀਲ ਸੁਸਾਇਟੀ ਵਾਲੀ ਮਸ਼ੀਨ ਸਾਨੂੰ ਕਿਤਾਬਾਂ ਵੇਚਣ ਲਾ ਤਾ। ਆਪ ਜਾ ਬੜੇ ਚੀਨ। ਰੁਪਈਆਂ ਵਾਲਾ ਕੋਬਰਾ ਕਾਮਰੇਡਾਂ ਦੇ ਘਰ ਨਿਕਲ ਆਇਆ, ਅਸੀਂ ਆਪਣੇ ਘਰ ਬਹਿ ਕੇ ਵਜਾਉਂਦੇ ਰਹਿ ਗਏ ਬੀਨ। ਮੈਂ ਤੇ ਮੇਰਾ ਦਿੱਲੀ ਰਹਿੰਦਾ ਦੋਸਤ ਗੁਰਿੰਦਰ ਆਜ਼ਾਦ ਜਦੋਂ ਨਾਸਤਕਾਂ ਦੇ ਮੱਕੇ ਵਿਜੇਵਾੜਾ ਵਿਖੇ ਸੀ ਤਾਂ ਸਾਡੇ ਨਾਲ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਇੱਕ ਸਿਰਕੱਢ ਆਗੂ ਸੀ। ਉਸ ਸਮੇਂ ਤਰਕਸ਼ੀਲ ਸੁਸਾਇਟੀ ਪੰਜਾਬ ਨੂੰ ਕਈ ਹਿੱਸਿਆਂ ਵਿੱਚ ਵੰਡ ਕੇ ਵੱਖ-ਵੱਖ ਆਗੂ ਲੈ ਗਏ ਸਨ। ਉਹ ਆਗੂ ਸਾਨੂੰ ਕਹਿਣ ਲੱਗਾ ਕਿ ਮੈਨੂੰ ਪ੍ਰਧਾਨ ਬਣਨ ਤੋਂ ਰੋਕਣ ਲਈ ਬਾਕੀ ਆਗੂਆਂ ਨੇ ਇਹ ਮਹਿਕਮੇ ਵਾਲੀ ਵੰਡ ਕੀਤੀ ਹੈ। ਹੋਰਾਂ ਨੂੰ ਮਕਾਨ ਬਣਾ ਕੇ ਦੇਣ ਦਾ ਦਾਅਵਾ ਕਰਨ ਵਾਲੇ ਰੋੜਿਆਂ ਪਿੱਛੇ ਲੜਦੇ ਫਿਰਦੇ ਆ। ਫੇਸਬੁੱਕ ਨੇ ਇਹਨਾਂ ਦਾ ਲੌਂਗ ਲਾਣਾ ਬਹੁਤ ਹੀ ਮਾੜੇ ਲਫ਼ਜ਼ਾਂ ਵਿੱਚ ਮਨੁੱਖਤਾ ਦੇ ਰਹਿਬਰਾਂ ਬਾਰੇ ਟਿੱਪਣੀਆਂ ਕਰਨ 'ਤੇ ਵੀ ਲੱਗਾ ਹੋਇਆ। ਕੋਈ ਵੀ ਉਹਨਾਂ ਨਾਲ ਸਹਿਮਤ ਨਾ ਹੋਣ ਦਾ ਹੱਕ ਰਾਖਵਾਂ ਰੱਖਦਾ ਹੈ, ਪਰ ਇਹਨਾਂ ਦੀਆਂ ਟਿੱਪਣੀਆਂ ਬੰਦ ਕਾਰਖਾਨੇ ਦੀ ਚਿਮਨੀ 'ਚ ਡਿੱਗੇ ਹੋਏ ਉਸ ਬੰਦੇ ਵਰਗੀਆਂ ਨੇ ਜਿਹੜਾ ਜਹਾਜ਼ ਉੱਡਣ ਵਾਲੀਆਂ ਸਵਾਰੀਆਂ ਨੂੰ ਗਾਲਾਂ ਕੱਢੀ ਜਾਂਦਾ। ਇਹ ਜਿਹੇ ਬਿਆਨਾਂ ਨੂੰ ਵਿਚਾਰਾਂ ਦੀ ਆਜ਼ਾਦੀ ਦਾ ਨਾਂ ਦਿੰਦੇ ਨੇ। ਜੇਕਰ ਇੱਥੇ ਮੈਂ ਕਿਸੇ ਬੰਦੇ ਦਾ ਨਾਂ ਲੈ ਕੇ ਕਹਿ ਦੇਵਾਂ ਕਿ ਉਹ ਕੁੱਤੇ ਦਾ ਪੁੱਤ ਹੈ ਤਾਂ ਕੀ ਉਹਨੂੰ ਮੇਰੇ ਵਿਚਾਰਾਂ ਦੀ ਆਜ਼ਾਦੀ ਮੰਨਿਆ ਜਾਵੇਗਾ? ਇਹ ਵੀ ਵਿਚਾਰਾਂ ਦੀ ਆਜ਼ਾਦੀ ਹੈ ਕਿ ਕੋਈ ਰੱਬ ਨੂੰ ਮੰਨਦਾ ਅਤੇ ਕੋਈ ਦੂਜਾ ਉਸ ਦੀ ਆਜ਼ਾਦੀ ਖੋਹਣ ਵਾਲਾ ਹੁੰਦਾ ਕੌਣ ਹੈ? ਇਹ ਕਹਿੰਦੇ ਨੇ ਕਿ ਧਰਮ ਨੇ ਮਨੁੱਖਤਾ ਦਾ ਸਭ ਤੋਂ ਵੱਡਾ ਕਤਲੇਆਮ ਕਰਾਇਆ। ਕੋਈ ਸ਼ੱਕ ਨਹੀਂ, ਧਰਮ ਦੇ ਨਾਂ 'ਤੇ ਬਹੁਤ ਦੁਨੀਆ ਖਤਮ ਹੋਈ ਹੈ, ਪਰ ਕਦੇ ਸੁਣਿਆ ਕਿ ਧਰਮ ਨੇ ਕਿਸੇ ਧਰਤੀ ਦੇ ਪਾਣੀ, ਹਵਾ, ਮਿੱਟੀ ਦਾ ਕਤਲੇਆਮ ਕੀਤਾ ਹੋਵੇ? ਪੰਜਾਬ ਵਿੱਚ ਹਰਾ ਇਨਕਲਾਬ ਵਿਗਿਆਨਕ ਸੋਚ ਦੀ ਸਭ ਤੋਂ ਵੱਡੀ ਦੇਣ ਹੈ, ਜਿਸ ਨੇ ਪੰਜਾਬ ਵਿੱਚੋਂ ਹਜ਼ਾਰਾਂ ਹੀ ਜੰਤੂ ਜਾਨਵਰਾਂ ਦੀਆਂ ਨਸਲਾਂ ਦਾ ਭੋਗ ਪਾ ਦਿੱਤਾ, ਮਿੱਟੀ, ਪਾਣੀ ਅਤੇ ਹਵਾ ਨੂੰ ਜ਼ਹਿਰ ਨਾਲ ਭਲ ਦਿੱਤਾ। ਇਹ ਵਿਗਿਆਨਕ ਸੋਚ ਦਾ ਇਹੀ ਤਾਂ ਕਮਾਲ ਸੀ ਕਿ 5 ਪਾਣੀਆਂ ਦੇ ਵਾਰਸ ਖਰੇ ਪਾਣੀ ਨੂੰ ਤਰਸ ਰਹੇ ਨੇ। ਜਿਵੇਂ ਦੂਜੀ ਸੰਸਾਰ ਜੰਗ ਵਿੱਚ ਯਹੂਦੀਆਂ ਨੂੰ ਮਾਰਨ ਵਾਲਿਆਂ ਵਿਰੁੱਧ ਬਾਅਦ 'ਚ ਮੁਕੱਦਮੇ ਚਲਾਏ ਗਏ, ਇਸੇ ਤਰ੍ਹਾਂ ਮਨੁੱਖਤਾ ਤੋਂ ਹਵਾ, ਪਾਣੀ, ਮਿੱਟੀ ਖੋਹਣ ਵਾਲੇ ਸਾਇੰਸਦਾਨਾਂ, ਵਿਗਿਆਨਕ ਸੋਚ ਦੇ ਮਾਲਕਾਂ ਨੂੰ ਕੌਮਾਂਤਰੀ ਅਦਾਲਤ ਦੇ ਵਿੱਚ ਮੁਕੱਦਮਾ ਚਲਾ ਕੇ ਸਜ਼ਾ ਦੇਣੀ ਚਾਹੀਦੀ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਸਾਮਰਾਜੀ ਲੁਟੇਰਿਆਂ ਨੇ ਆਪਣੀ ਨੀਤੀ ਵਿੱਚ ਬਦਲਾਵ ਕੀਤਾ। ਉਹਨਾਂ ਨੇ ਦੁਸ਼ਮਣ ਨੂੰ ਆਮੋ ਸਾਹਮਣੇ ਤੋਂ ਟੱਕਰਨ ਦੀ ਬਜਾਏ ਉਹਨਾਂ ਦੇ ਘਰ ਵਿੱਚ ਹੀ ਬਿਨਾਂ ਕੋਈ ਗੋਲੀ ਚਲਾਏ ਹਰਾਉਣ ਦੀ ਨੀਤੀ ਤਿਆਰ ਕੀਤੀ। ਇਹ ਨੀਤੀ ਵਿੱਚ ਤੈਅ ਕੀਤਾ ਗਿਆ ਕਿ ਆਪਣੇ ਦੁਸ਼ਮਣ ਦਾ ਇੱਕ ਅਜਿਹਾ ਸੱਭਿਆਚਾਰਕ ਹੱਲਾ ਕੀਤਾ ਜਾਵੇ ਕਿ ਉਹਦੀਆਂ ਆਉਣ ਵਾਲੀਆਂ ਨਸਲਾਂ ਆਪਣੀ ਬੋਲੀ, ਆਪਣੇ ਵਿਰਸੇ ਤੋਂ ਮੁਨਕਰ ਹੋ ਜਾਣ। ਇਹ ਨੀਤੀ ਤਹਿਤ ਹੀ ਪੂਰੀ ਦੁਨੀਆ ਵਿੱਚ ਅੰਗਰੇਜ਼ੀ ਨੂੰ ਦੁਨੀਆ ਦੀ ਸਭ ਤੋਂ ਵਧੀਆ ਜ਼ੁਬਾਨ ਦੇ ਤੌਰ 'ਤੇ ਪ੍ਰਚਾਰਿਆ ਗਿਆ। ਪੰਜਾਬ ਇਸ ਸਮੇਂ ਦੁਨੀਆ ਦੀ ਸਭ ਤੋਂ ਵੱਡੇ ਸਾਮਰਾਜੀ ਹੱਲੇ ਦੀ ਜਦ ਵਿੱਚ ਆਇਆ ਹੋਇਆ। ਵਿਗਿਆਨਕ ਸੋਚ ਦੀ ਮਹਾਨ ਦੇਣ ਹਰੇ ਇਨਕਲਾਬ ਨਾਲ ਜ਼ਮੀਨ, ਕੌਮਾਂਤਰੀ ਕੰਪਨੀਆਂ ਦੇ ਬੀਜਾਂ, ਜ਼ਹਿਰਾਂ ਦਾ ਗੜ੍ਹ ਬਣਾਉਣ ਤੋਂ ਬਾਅਦ ਕਾਨਵੈਂਟ ਸਕੂਲ ਪੰਜਾਬ ਦੀ ਮੁਕੰਮਲ ਗੁਲਾਮੀ ਦਾ ਇਤਿਹਾਸ ਲਿਖਣ ਜਾ ਰਹੇ ਨੇ। ਤਰਕਸ਼ੀਲ ਕਹਿੰਦੇ ਨੇ ਕਿ ਹਰ ਗੱਲ ਤਰਕ ਦੀ ਸਾਣ 'ਤੇ ਪਰਖ ਕੇ ਵੇਖੀ ਜਾਵੇ। ਦੁਨੀਆ ਭਰ ਦੇ ਮਾਂ ਬੋਲੀ ਅਤੇ ਸਿੱਖਿਆ ਦੇ ਮਾਹਰ ਇਸ ਗੱਲ 'ਤੇ ਇਕਮਤ ਨੇ ਕਿ ਨਿਆਣੇ ਨੂੰ ਸਹੀ ਸਿੱਖਿਆ ਉਹਦੀ ਮਾਂ ਬੋਲੀ ਵਿੱਚ ਹੀ ਦੇਣੀ ਚਾਹੀਦੀ ਹੈ। ਸਮਾਜਵਾਦ ਤਾਂ ਇਸ ਗੱਲ ਦਾ ਸਭ ਤੋਂ ਵੱਡਾ ਹਮਾਇਤੀ ਹੈ। ਰੂਸੀ ਵਿਚਾਰਧਾਰਕ ਸੁਖਲਿੰਸਕੀ ਦੀ ਕਿਤਾਬ ਬੱਚਿਆਂ ਨੂੰ ਦਿਆਂ ਮੈਂ ਦਿਲ ਆਪਣਾ ਇਸ ਮਾਮਲੇ 'ਚ ਬਹੁਤ ਕਮਾਲ ਦਾ ਦਸਤਾਵੇਜ਼ ਹੈ, ਜਿਹਦੇ ਵਿੱਚ ਤਰਕਸ਼ੀਲ ਬਹੁਤ ਹੁੱਬ ਕੇ ਪ੍ਰਚਾਰਦੇ ਰਹੇ ਨੇ। ਪਰ ਅਸਲੀਅਤ ਕੀ ਹੈ? ਜਦੋਂ ਆਪਣੇ ਨਿਆਣਿਆਂ ਦੀ ਗੱਲ ਆਉਂਦੀ ਹੈ ਤਾਂ ਆਮ ਲੋਕਾਂ ਵਾਂਗ ਤਰਕਸ਼ੀਲ ਕਾਮਰੇਡਾਂ ਨੂੰ ਵੀ ਧਰਤੀ ਸੂਰਜ ਦੁਆਲੇ ਨਹੀਂ ਸਗੋਂ ਆਪਣੇ ਨਿਆਣਿਆਂ ਦੁਆਲੇ ਘੁੰਮਦੀ ਲੱਗਦੀ ਹੈ। ਜਿੰਨੇ ਵੀ ਖੱਬੇ ਪੱਖੀ ਨੇ, ਇਹਨਾਂ ਸਾਰਿਆਂ ਦੇ ਨਿਆਣੇ ਉਹਨਾਂ ਦੀ ਪਛਾਣ ਖੋਹਣ ਦੇ ਸਭ ਤੋਂ ਵੱਡੇ ਗੜ੍ਹ ਕਾਨਵੈਂਟ ਸਕੂਲਾਂ 'ਚ ਪੜ੍ਹ ਰਹੇ ਨੇ। ਕਿਸੇ ਬਿਰਲੇ ਦਾ ਨਿਆਣਾ ਕਿਸੇ ਸਰਕਾਰੀ ਸਕੂਲ 'ਚ ਪੜ੍ਹਦਾ ਹੋਵੇਗਾ। ਹੋਰ ਵੀ ਕਮਾਲ ਹੈ, ਬਹੁਤੇ ਕਾਮਰੇਡ ਤਰਕਸ਼ੀਲ ਮਾਸਟਰਾਂ ਦਾ ਲਾਣਾ ਹੈ। ਇਹ ਤਨਖਾਹ ਸਰਕਾਰੀ ਸਕੂਲਾਂ 'ਚ ਲੈਂਦੇ ਨੇ, ਫੀਸ ਕਾਨਵੈਂਟ ਸਕੂਲਾਂ 'ਚ ਭਰਦੇ ਨੇ। ਨਾਅਰਾ ਲਾਉਣਾ ਊਧਮ ਸਿੰਘ ਜਿੰਦਾਬਾਦ, ਪਰ ਖੜਨਾ ਇੰਗਲੈਂਡ ਦੇ ਨਾਲ। ਕਿਆ ਬਾਤਾਂ ਨੇ ਤਰਕਵਾਦ ਦੀਆਂ। ਖੱਬੇ ਪੱਖੀ ਨੇ ਆਪਣੇ ਨਿਆਣਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲੱਗ ਜਾਣਗੇ। ਇਹਨਾਂ ਦੇ ਪੁੱਤਾਂ ਨੂੰ ਇਸ ਦੋਸ਼ ਬਦਲੇ ਗਦਰੀ ਬਾਬਿਆਂ ਵਾਂਗ ਕਾਲੇ ਪਾਣੀਆਂ ਦੀ ਸਜ਼ਾ ਨਹੀਂ ਹੋਵੇਗੀ। ਪਰ ਬਈ ਇਨਕਲਾਬੀਆਂ ਦੇ ਧੀਆਂ ਪੁੱਤ ਸਰਕਾਰੀ ਸਕੂਲਾਂ ਵਿੱਚ ਆਮ ਲੋਕ ਦਲਿਤਾਂ ਦੇ ਨਿਆਣਿਆਂ ਨਾਲ ਬੈਠੇ ਚੰਗੇ ਲੱਗਦੇ ਨੇ? ਜੇ ਉੱਥੇ ਵੀ ਲੱਗ ਗਏ ਫਿਰ ਇਨਕਲਾਬੀਆਂ ਅਤੇ ਆਮ ਲੋਕਾਂ 'ਚ ਫਰਕ ਰਹਿ ਕੀ ਜਾਣਾ? ਇਹ ਜਾਤ ਪਾਤ ਨੂੰ ਰੱਦ ਕਰਕੇ ਸਾਦੇ ਵਿਆਹ ਦਾ ਪ੍ਰਚਾਰ ਵੀ ਬਹੁਤ ਕਰਦੇ ਨੇ। ਇਹਨਾਂ ਦੀਆਂ ਬਈਆਂ ਕੱਢ ਕੇ ਦੇਖੋ ਕਿੰਨਿਆਂ ਨੇ ਜਾਤ ਪਾਤ ਰੱਦ ਕਰਾ ਕੇ ਸਾਦੇ ਵਿਆਹ ਕੀਤੇ ਨੇ। ਜਦੋਂ ਅਸਲੀਅਤ ਸਾਹਮਣੇ ਆਏਗੀ ਤਾਂ ਪਤਾ ਲੱਗ ਜਾਏਗਾ ਕਿ ਜਿਹੜੇ ਦਰਖਤ ਦਾ ਤਣਾ ਬਹੁਤ ਮਜਬੂਰ ਲੱਗਦਾ ਸੀ, ਜਾ ਕੇ ਦੇਖਿਆ ਤਾਂ ਨੇੜੇ ਉਹ ਬਾਂਸ ਤੋਂ ਵੀ ਵੱਧ ਖੋਖਲਾ ਨਿਕਲਿਆ। ਇਹ ਕਿਹੜੇ ਮੂੰਹ ਨਾਲ ਕਹਿੰਦੇ ਨੇ ਸਾਮਰਾਜ ਮੁਰਦਾਬਾਦ? ਇਹ ਤਾਂ ਆਪ ਸਾਮਰਾਜੀ ਰਾਣੇ ਦੇ ਪੱਖ 'ਚ ਖੜ੍ਹਦੇ ਨੇ। ਗਦਰੀ ਬਾਬਿਆਂ ਦੇ ਮੇਲਿਆਂ ਦੇ ਹਰ ਸਾਲ ਖੱਬੇ ਪੱਖੀ ਇੰਝ ਆ ਕੇ ਇਕੱਠ ਕਰਦੇ ਨੇ ਜਿਵੇਂ ਪ੍ਰਵਾਸੀ ਪੰਛੀ ਨਵੀਂ ਧਰਤੀ 'ਤੇ ਸਿਆਲ ਕੱਟਣ ਲਈ ਪਹੁੰਚਦੇ ਨੇ। ਬਸ ਹਰ ਸਾਲ ਉਹੀ ਚੌਲ, ਉਹੀ ਰਾਜਮਾਂ, ਉਹੀ ਇਨਕਲਾਬ ਜਿੰਦਾਬਾਦ ਵਾਲੇ ਨਾਟਕ।
ਇਨਕਲਾਬ ਹੈ ਕਿੱਥੇ? ਕਾਰਲ ਮਾਰਕਸ ਦੀਆਂ ਕਿਤਾਬਾਂ ਵਿੱਚ ਪਿਆ ਰਜਾਈ ਲਈ। ਅਸਲ ਵਿੱਚ ਇਨਕਲਾਬ ਤੋਂ ਤਾਂ ਇਹ ਆਪ ਡਰਦੇ ਨੇ। ਕਮਾਲ ਵੇਖੋ, ਮਾਰਕਸ ਨਿੱਜੀ ਜਾਇਦਾਦ ਦੇ ਸਿਧਾਂਤਾਂ ਨੂੰ ਰੱਦ ਕਰਦਾ ਹੈ, ਪਰ ਬਹੁਤ ਸਾਰੇ ਕਾਮਰੇਡ ਪ੍ਰਾਪਰਟੀ ਡੀਲਰ ਬਣ ਚੁੱਕੇ ਨੇ। ਕਾਮਰੇਡਾਂ ਦਾ ਉਸ ਤੀਵੀਂ ਵਰਗਾ ਹਾਲ ਹੈ ਜਿਹੜੀ ਆਪਣੇ ਸ਼ਰੀਕਾਂ ਨੂੰ ਜੇਠ ਦੇ ਡਰਾਵੇ ਦਿੰਦੀ ਹੈ ਅਤੇ ਜਦੋਂ ਦੇਸ਼ ਨੂੰ ਦੇਖਦੀ ਆ ਉਦੋਂ ਉਹ ਘੁੰਡ ਕੱਢ ਲੈਂਦੀ ਹੈ। ਗਦਰੀ ਬਾਬਿਆਂ ਵਿੱਚੋਂ ਬਹੁਤਿਆਂ ਨੇ ਕਾਰਲ ਮਾਰਕਸ ਦਾ ਨਾਂ ਵੀ ਨਹੀਂ ਸੁਣਿਆ ਸੀ। ਉਹਨਾਂ ਨੂੰ ਇਹਨਾਂ ਨੇ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਕਾਰਲ ਮਾਰਕਸ ਉਹਨਾਂ ਨੂੰ ਗੋਦੀ 'ਚ ਚੱਕ ਕੇ ਗਦਰ ਕਰਾਉਣ ਲੈ ਗਿਆ ਹੋਵੇ। ਗਦਰੀ ਬਾਬੇ ਮੇਵਾ ਸਿੰਘ ਲੋਪੋਕੇ ਦਾ ਹਾਪਕਿੰਸਨ ਨੂੰ ਮਾਰਨ ਤੋਂ ਬਾਅਦ ਅਦਾਲਤ ਵਿੱਚ ਦਿੱਤਾ ਬਿਆਨ, ਜਿਸ ਨੂੰ ਕਾਮਰੇਡਾਂ ਨੇ ਆਪ ਆਪਣੀਆਂ ਕਿਤਾਬਾਂ 'ਚ ਛਾਪਿਆ, ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗਦਰੀ ਬਾਬੇ ਕਿਵੇਂ ਸੂਰਾ ਸੋ ਪਹਿਚਾਨੀਏ ਜੋ ਲਰੇ ਦਿਨ ਕੇ ਹਿੱਤ ਨੂੰ ਪੁਰਾਣੇ ਹੋਏ ਸਨ। ਮਹਾਨ ਬਾਬੇ ਮੇਵਾ ਸਿੰਘ ਲੋਪੋਕੇ ਨੇ ਅਦਾਲਤ 'ਚ ਕਿਹਾ ਸੀ, ਮੈਂ ਹਾਪਕਿੰਸਨ ਦੀ ਜਾਨ ਲਈ ਹੈ ਅਤੇ ਨਾਲ ਹੀ ਆਪਣੀ ਜਾਨ ਦੀ ਬਾਜੀ ਲਾਈ ਹੈ। ਮੈਂ ਇੱਕ ਸੱਚੇ ਸਿੱਖ ਦਾ ਫਰਜ਼ ਨਿਭਾਉਂਦਾ ਹਾਂ, ਵਾਹਿਗੁਰੂ ਦਾ ਨਾਮ ਜਪਦਾ ਹਾਂ, ਫਾਂਸੀ ਦੇ ਤਖ਼ਤ 'ਤੇ ਬਲ ਉਸੇ ਖਿੱਚ ਤੇ ਚਾਅ ਨਾਲ ਜਾਵਾਂਗਾ ਜਿਵੇਂ ਇੱਕ ਭੁੱਖਾ ਬਾਲਕ ਆਪਣੀ ਮਾਂ ਵੱਲ ਜਾਂਦਾ। ਮੈਨੂੰ ਵਿਸ਼ਵਾਸ ਹੈ ਵਾਹਿਗੁਰੂ ਮੈਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਦੇਵੇਗਾ। ਤਰਕਸ਼ੀਲ ਬਸ ਇਹੀ ਪ੍ਰਚਾਰ ਕਰਦੇ ਨੇ ਕਿ ਰੱਬ ਨੂੰ ਮੰਨਣਾ ਛੱਡ ਦਿਓ, ਤੁਹਾਡੇ ਸਾਰੇ ਮਸਲੇ ਅੱਖ ਝਪਕੇ ਦੇ ਹੱਲ ਹੋ ਜਾਣਗੇ। ਜਿਵੇਂ ਕੋਈ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਕਹੇ ਕਿ ਤੁਸੀਂ ਆਪਣੇ ਪਿੰਡ ਦਾ ਸਭ ਤੋਂ ਵੱਡਾ ਪਿੱਪਲ ਵੱਢ ਦਿਓ, ਤੁਹਾਡੀਆਂ ਮੱਝਾਂ ਗਾਵਾਂ ਵੱਧ ਦੁੱਧ ਦੇਣ ਲੱਗ ਪੈਣਗੀਆਂ। ਤਰਕਸ਼ੀਲ ਸੁਸਾਇਟੀ ਤਾਂ ਰੱਬ ਅਤੇ ਧਰਮ ਨੂੰ ਹੀ ਸਾਰੇ ਪੁਆੜਿਆਂ ਦੀ ਜੜ੍ਹ ਮੰਨਦੀ ਹੈ। ਰੱਬ ਅਤੇ ਧਰਮ ਨੂੰ ਮੰਨਣ ਵਾਲੇ ਜਿਹੜੇ ਬਾਬੇ ਅੰਗਰੇਜ਼ੀ ਸਾਮਰਾਜ ਵਿਰੁੱਧ ਲੜਦੇ ਹੋਏ ਫਾਂਸੀਆਂ 'ਤੇ ਚੜ੍ਹ ਗਏ, ਕਾਲੇ ਪਾਣੀਆਂ ਵਿੱਚ ਆਪਣੀਆਂ ਜਵਾਨੀਆਂ ਗਾਲਤੀਆਂ, ਉਹ ਤਾਂ ਵਿਚਾਰੇ ਹਨੇਰੇ 'ਚ ਜ਼ਿੰਦਗੀਆਂ ਗੁਜ਼ਾਰ ਗਏ। ਅਸਲੀ ਚਾਨਣ ਤਾਂ ਸਿਰਫ ਕਾਮਰੇਡਾਂ ਤਰਕਸ਼ੀਲ ਕੋਲ ਹੈ ਜਿਹੜੇ ਰੋਜ਼ ਨਾਲੇ ਲਾਉਂਦੇ ਆ, ਤਖ਼ਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ, ਨਾਲੇ ਸਰਕਾਰੀ ਮੁਲਾਜ਼ਮ ਬਣ ਕੇ ਉਸੇ ਸਰਕਾਰ ਦਾ ਗੱਡਾ ਹੱਕੀ ਜਾਂਦੇ ਨੇ। ਦੁਨੀਆ ਦੇ ਮਹਾਨ ਇਨਕਲਾਬੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 4 ਪੁੱਤਰ ਸੱਚ ਲਈ, ਧਰਮ ਲਈ ਕੁਰਬਾਨ ਕੀਤੇ। ਦੁਨੀਆ ਦਾ ਸਭ ਤੋਂ ਮਹਾਨ ਕਿਉਂ ਕੋਈ ਹੈ ਅਜਿਹਾ ਇਨਕਲਾਬੀ ਜਿਹਨੇ ਆਪਣੇ ਸਾਰੇ ਪੁੱਤਰ ਕੁਰਬਾਨ ਕਰ ਦਿੱਤੇ ਹੋਣਗੇ? ਦੋ ਨੂੰ ਤਾਂ ਉਹਨਾਂ ਨੇ ਆਪਣੀਆਂ ਅੱਖਾਂ ਸਾਹਮਣੇ ਮੈਦਾਨੇ ਜੰਗ ਕੇ ਸ਼ਹੀਦ ਹੁੰਦੇ ਦੇਖਿਆ। ਜਦੋਂ ਮੈਂ ਮਾਲਵੇ ਦੇ ਇੱਕ ਕਾਮਰੇਡ ਨਾਲ ਇਹ ਗੱਲ ਕੀਤੀ ਤਾਂ ਉਹ ਕਹਿੰਦਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ। ਉਹ ਨਾਂ ਲੈ ਕੇ ਕਹਿੰਦਾ ਕਿ ਫਲਾਣੇ ਕਾਮਰੇਡ ਨੂੰ ਦੇਖ ਲੈ, ਨਿਆਣੇ ਪੈਦਾ ਹੀ ਨਹੀਂ ਕੀਤੇ, ਇਹਦੀ ਕਿੱਡੀ ਕੁਰਬਾਨੀ ਹੈ। ਮੈਂ ਕਿਹਾ ਵੀ ਜੇ ਤੇਰੀ ਤੀਵੀਂ ਵਿਆਹ ਨਾ ਕਰਵਾਉਂਦੀ ਤਾਂ ਉਹ ਕਾਹਦੀ ਕੁਰਬਾਨੀ ਹੁੰਦੀ? ਕੁਰਬਾਨੀ ਤਾਂ ਬਣਦੀ ਹੈ ਜੇ ਹੱਸ ਕੇ ਤੈਨੂੰ ਇਨਕਲਾਬ ਲਈ ਫਾਹੇ ਲੱਗਦਿਆਂ ਵੇਖੇ। ਮੇਰੀ ਗੱਲ ਸੁਣ ਕੇ ਕਾਮਰੇਡ ਦਾ ਮੂੰਹ ਕਾਰਲ ਮਾਰਕਸ ਦੀ ਪਾਟੀ ਜਿਲਤ ਦਾਸ ਕੈਪੀਟਲ ਵਰਗਾ ਹੋ ਗਿਆ। ਅੱਛਾ, ਇੱਕ ਛੋਟਾ ਜਿਹਾ ਇਹਨਾਂ ਨੇ ਵਿੱਚ ਇੱਕ ਫਿਕਰਾ ਦਿੱਤਾ, ਕਹਿੰਦੇ ਕਾਮਰੇਡਾਂ ਦੇ ਪਿਤਾ ਜੀ ਇਨਕਲਾਬ ਸਮਾਧੀ 'ਚ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਲੈਨਨ ਦੀ ਲਾਸ਼ ਅਜੇ ਤੱਕ ਜਿਹੜੀ ਇਹਨਾਂ ਨੇ ਸਾਂਭੀ ਪਈ ਆ, ਉਹਨਾਂ ਦੇ ਆਪਣੇ ਰੀਜ਼ਨ ਨੇ। ਇੱਥੇ ਲਿਖਦੇ ਕਹਿੰਦੇ ਹੋਰਾਂ ਨੂੰ ਵਿਗਿਆਨਕ ਸੋਚ ਦਾ ਪਾਠ ਪੜ੍ਹਾਉਣ ਵਾਲੇ ਕਿੱਡੇ ਮਹਾਨ ਦਿਮਾਗ ਦੇ ਮਾਲਕ ਨੇ ਆਪਣੇ ਪਿਤਾ ਜੀ ਲੈਨਨ ਦੀ ਲਾਸ਼ ਸਾਂਭੀ ਬੈਠੇ ਨੇ। ਉੱਧਰ ਆਸ਼ੂਤੋਸ਼ ਦੇ ਚੇਲੇ ਵੀ ਆਪਣੇ ਪਿਤਾ ਜੀ ਨੂੰ ਫਰਿੱਜ 'ਚ ਰੱਖੀ ਬੈਠੇ ਨੇ। ਇਹਦਾ ਮਤਲਬ ਆਸ਼ੂਤੋਸ਼ ਦੇ ਚੇਲੇ ਵੀ ਵਿਗਿਆਨਕ ਸੋਚ ਦੇ ਮਾਲਕ ਹੋਏ। ਕਾਮਰੇਡਾਂ ਨੂੰ ਜ਼ਰੂਰ ਹੀ ਵਿਗਿਆਨਕ ਸੋਚ ਕਰਕੇ ਇਸ ਗੱਲ ਦਾ ਇਲਮ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕੰਮ ਬੰਦੇ ਨਹੀਂ ਕਰਨਗੇ, ਲਾਸ਼ਾਂ ਕਰਨਗੀਆਂ। ਅਗਲਾ ਇਨਕਲਾਬ ਸ਼ਾਇਦ ਲਾਸ਼ਾਂ ਦੇ ਸਿਰ 'ਤੇ ਹੋਵੇਗਾ। ਆਰਟੀਕਲ 'ਤੇ ਵਾਪਸ ਆਉਂਦੇ ਹਾਂ। ਹੁਣ ਆ ਜਾਓ ਇਹਨਾਂ ਦੀਆਂ ਮਹਾਨ ਮਨੋਵਿਗਿਆਨਿਕ ਗੱਲਾਂ ਵੱਲ। ਇਹਨਾਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਕਿ ਅਵਚੇਤਨ ਮਨ ਯਾਨੀ ਕਿ ਸਬਕੌਂਸ਼ੀਅਸ ਮਾਈਂਡ ਨੂੰ ਜੇਕਰ ਸੁਝਾਅ ਦਿੱਤੇ ਜਾਣ ਤਾਂ ਉਸੇ ਤਰ੍ਹਾਂ ਕੰਮ ਕਰਦਾ ਹੈ। ਹਿਪਨੋਟਿਜ਼ਮ ਵਿੱਚ ਕਿਸੇ ਬੰਦੇ ਨੂੰ ਸੁਝਾਅ ਦੇ ਕੇ ਭੂਤ ਜਾਂ ਹੋਰ ਵਹਿਮ ਕੱਢੇ ਜਾ ਸਕਦੇ ਨੇ, ਪਰ ਜਦੋਂ ਕੋਈ ਬੰਦਾ ਅਵਚੇਤਨ ਮਨ ਦੀਆਂ ਤਾਕਤਾਂ ਨਾਲ ਕਰਾਮਾਤ ਕਰਦਾ ਤਾਂ ਉਹਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ। ਇਤਿਹਾਸ ਅਵਚੇਤਨ ਮਨ ਦੀਆਂ ਕਰਾਮਾਤਾਂ ਨਾਲ ਭਰਿਆ ਪਿਆ। ਜਦੋਂ ਭਾਈ ਬਚਿੱਤਰ ਸਿੰਘ ਨੂੰ ਹਾਥੀ ਨਾਲ ਲੜਿਆ ਸੀ ਤਾਂ ਉਹਨੂੰ ਆਪਣੇ ਆਪ ਵਿੱਚ ਹਾਥੀ ਸਾਹਮਣੇ ਕੁਝ ਨਹੀਂ ਸੀ, ਉਹਦਾ ਆਪਣੇ ਆਪ ਹਾਥੀ ਸਾਹਮਣੇ ਕੁਝ ਨਹੀਂ ਸੀ, ਪਰ ਉਸਨੂੰ ਗੁਰੂ 'ਤੇ ਅੰਨਾ ਭਰੋਸਾ ਸੀ ਜਿਸ ਨੇ ਉਸ ਨੂੰ ਕਰਾਮਾਤ ਕਰਵਾਈ, ਜਿਸ ਨੇ ਇਤਿਹਾਸ ਵਿੱਚ ਉਸ ਦਾ ਨਾਂ ਅਮਰ ਕਰ ਦਿੱਤਾ। ਜੇ ਬਚਿੱਤਰ ਸਿੰਘ ਦਾ ਆਪਣੇ ਗੁਰੂ 'ਤੇ ਯਕੀਨ ਨਾ ਹੁੰਦਾ ਤਾਂ ਸਵਾਲ ਹੀ ਨਹੀਂ ਸੀ ਉੱਠਦਾ ਕਿ ਉਹ ਹਾਥੀ ਨਾਲ ਭਿੜ ਜਾਂਦਾ। ਬਚਿੱਤਰ ਸਿੰਘ ਨੂੰ ਯਕੀਨ ਹੋ ਗਿਆ ਸੀ ਕਿ ਗੁਰੂ ਦੇ ਹੁੰਦਿਆਂ ਉਹਨੂੰ ਦੁਨੀਆ ਦੀ ਕੋਈ ਵੀ ਤਾਕਤ ਹਰਾ ਨਹੀਂ ਸਕਦੀ। ਜੇ ਬਚਿੱਤਰ ਸਿੰਘ ਵਿਗਿਆਨਕ ਸੋਚ ਵਾਲਾ ਹੁੰਦਾ ਤਾਂ ਦਲੀਲਾਂ ਵਿੱਚ ਪੈ ਜਾਂਦਾ ਬਈ ਕਿੱਥੇ ਹਾਥੀ ਕਿੱਥੇ ਮੈਂ। ਇਹ ਤਾਂ ਸੋਚਣਾ ਹੀ ਮੂਰਖਤਾ ਹੈ ਬਈ ਮੈਂ ਹਾਥੀ ਨੂੰ ਹਰਾ ਸਕਦਾ। ਨਤੀਜਾ ਕੀ ਹੁੰਦਾ? ਬਚਿੱਤਰ ਸਿੰਘ ਨੂੰ ਇਤਿਹਾਸ ਵਿੱਚ ਕੋਈ ਨਾ ਜਾਣਦਾ ਅਤੇ ਲੋਹਗੜ੍ਹ ਦੀ ਕਹਾਣੀ ਕੁਛ ਹੋਰ ਹੋਣੀ ਸੀ। ਇਸ ਤੋਂ ਪਹਿਲਾਂ ਦੁਨੀ ਚੰਦ ਨੂੰ ਗੁਰੂ ਸਾਹਿਬ ਜੀ ਨੇ ਹਾਥੀ ਨਾਲ ਲੜਨ ਲਈ ਕਿਹਾ ਸੀ। ਉਹ ਸ਼ਾਇਦ ਪੜ੍ਹਿਆ ਲਿਖਿਆ ਵਿਗਿਆਨਕ ਸੋਚ ਦਾ ਮਾਲਕ ਸੀ। ਦਲੀਲਾਂ ਵਿੱਚ ਪੈ ਗਿਆ, ਰਾਤ ਨੂੰ ਕਿਲੇ ਦੀ ਕੰਧ ਤੋਂ ਰੱਸੀ ਲਮਕਾ ਕੇ ਮੈਦਾਨ ਛੱਡ ਕੇ ਭੱਜ ਗਿਆ। ਮਰਿਆ ਕਿਵੇਂ ਸੀ ਇਹ ਗੱਲ ਵੱਖਰੀ ਹੈ। ਪ੍ਰਸਿੱਧ ਵਿਚਾਰਵਾਨ ਜੋਸਫ ਮਰਫੀ ਆਪਣੀ ਕਿਤਾਬ ਤੁਹਾਡੇ ਵਿਚੇਤਨ ਮਨ ਦੀ ਤਾਕਤ ਦ ਪਾਵਰ ਆਫ ਯੂਰ ਸਬਕੌਂਸ਼ੀਅਸ ਮਾਈਂਡ ਵਿੱਚ ਲਿਖਦਾ ਹੈ ਕਿ ਵਿਚੇਤਨ ਮਨ ਵਿੱਚ ਜਦੋਂ ਦਲੀਲਾਂ ਤੋਂ ਪਾਰ ਜਾ ਕੇ ਅੰਨੇ ਯਕੀਨ ਨਾਲ ਬੰਦਾ ਜੁੜ ਜਾਂਦਾ ਤਾਂ ਕਰਾਮਾਤਾਂ ਦਾ ਜਨਮ ਹੁੰਦਾ ਹੈ। ਅਜਿਹੀਆਂ ਕਰਾਮਾਤਾਂ ਜਿਨ੍ਹਾਂ ਦੀ ਵਿਆਖਿਆ ਕਈ ਵਾਰੀ ਮਨੁੱਖੀ ਸਮਝ ਤੋਂ ਪਰੇ ਹੁੰਦੀਆਂ ਨੇ। ਇੱਕ ਹੋਰ ਮਿਸਾਲ ਲਓ, ਦੁਨੀਆ ਵਿੱਚ ਜਿਹੜੀਆਂ ਜੰਗਾਂ ਸਭ ਤੋਂ ਵੱਧ ਅਸਾਮੀਆਂ
ਐਕਸਟਰਾਆਰਡਨਰੀ ਮੰਨੀਆਂ ਜਾਂਦੀਆਂ ਨੇ। ਇਹਨਾਂ ਵਿੱਚ ਚੱਪੜਚਿੜੀ ਦੀ ਲੜਾਈ ਇੱਕ ਹੈ। ਇੱਕ ਪਾਸੇ 700 ਸਾਲ ਦਾ ਮੁਗਲਾਂ ਦਾ ਜੰਗਜੂ ਇਤਿਹਾਸ, ਸਮੇਂ ਦੀ ਹੁਕੂਮਤ, ਦੂਜੇ ਪਾਸੇ ਨਿਮਾਣੇ, ਨਿਤਾਣੇ, ਦਲਿਤ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਰਹੰਦ ਦੀ ਕੰਧ ਦੀ ਭਾਜੀ ਮੋੜਨ ਲਈ ਲੜਨ ਮੱਤੇ ਵਿੱਚ ਪੁੱਜੇ। ਬਾਬਾ ਬੰਦਾ ਸਿੰਘ ਦੀ ਫੌਜ ਵਿੱਚ ਬਹੁਤ ਆਲੇ ਦੁਆਲੇ ਦੇ ਪਿੰਡਾਂ ਦੇ ਬੰਦੇ ਟਕੂਏ, ਗੰਡਾਸੀਆਂ ਵਰਗੇ ਦੇਸੀ ਹਥਿਆਰ ਲੈ ਕੇ ਸ਼ਾਮਲ ਹੋਏ। ਉਹਨਾਂ ਨੇ ਇਦੋਂ ਪਹਿਲਾਂ ਕੋਈ ਵੀ ਲੜਾਈ ਨਹੀਂ ਸੀ ਲੜੀ। ਜੇ ਉਹ ਵਿਗਿਆਨਕ ਸੋਚ ਵਾਲੇ ਹੁੰਦੇ ਤਾਂ ਸੋਚਣ ਲੱਗ ਪੈਂਦੇ ਵੀ ਕਿੱਥੇ ਮੁਗਲ ਫੌਜ, ਕਿੱਥੇ ਅਸੀਂ ਦੇਸੀ ਬੰਦੇ। ਅਸੀਂ ਉਹਨਾਂ ਸਾਹਮਣੇ ਤਾਂ ਮਿੱਟੀ ਦੀ ਢੇਰੀ ਸਾਬਤ ਹੋਵਾਂਗੇ। ਪਰ ਉਹ ਆਪਣੇ ਗੁਰੂ ਦੇ ਉੱਤੇ ਅੰਨਾ ਯਕੀਨ ਕਰਕੇ ਆਰ ਪਾਰ ਦਾ ਨਿਬੇੜਾ ਕਰਨ ਲਈ ਰਣਨੀਤੀ ਵਿੱਚ ਪੁੱਜੇ। ਬਸ ਫਿਰ 22 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ 'ਚ ਜਿਹੜਾ ਇਤਿਹਾਸ ਰਚਿਆ ਗਿਆ, ਉਸ ਵਰਗਾ ਇਤਿਹਾਸ ਅੰਨੇ ਯਕੀਨ ਵਾਲੇ ਸੂਰਮੇ ਹੀ ਲਿਖ ਸਕਦੇ ਨੇ। ਵਿਗਿਆਨਕ ਸੋਚ ਵਾਲਿਆਂ ਕੋਲ ਭੱਜਣ ਲਈ ਹਜ਼ਾਰਾਂ ਦਲੀਲਾਂ ਹੁੰਦੀਆਂ ਨੇ। ਅੰਨੇ ਯਕੀਨ ਵਾਲਿਆਂ ਕੋਲ ਬਸ ਇੱਕ ਯਕੀਨ ਹੁੰਦਾ ਹੈ, ਗੁਰੂ ਦੇ ਭਰੋਸੇ 'ਤੇ ਹੁੰਦਿਆਂ ਉਹਨਾਂ ਦੀ ਪਿੱਠ ਨਹੀਂ ਲੱਗ ਸਕਦੀ। ਪੰਜਾਬ ਦਾ ਪ੍ਰਸਿੱਧ ਸਾਇੰਸਦਾਨ ਰੁਚੀਰਾਮ ਸਾਹਨੀ, ਜਿਸ ਨੇ ਸਰਕਾਰੀ ਕਾਲਜ ਲਾਹੌਰ ਵਿੱਚ MSc ਨੂੰ ਪੜ੍ਹਾਇਆ ਸੀ ਅਤੇ ਪੰਜਾਬ ਵਿੱਚ ਸਾਇੰਸ ਨੂੰ ਹਰਮਨ ਪਿਆਰਾ ਬਣਾਉਣ ਦੇ ਲਈ ਉਹਨੇ 500 ਤੋਂ ਵੱਧ ਲੈਕਚਰ ਦਿੱਤੇ ਸੀ। ਸਿੱਖਾਂ ਵੱਲੋਂ ਅਰਦਾਸ ਕਰਕੇ ਬਚੇਤਨ ਮਨ ਨਾਲ ਕੀਤੇ ਗਏ ਕਮਾਲਾਂ ਬਾਰੇ ਲਿਖਦਾ ਹੈ ਕਿ ਮੈਂ ਇਤਿਹਾਸ ਵਿੱਚ ਦਰਜ ਸਿੱਖ ਗੁਰੂਆਂ ਅਤੇ ਸ਼ਹੀਦਾਂ ਵੱਲੋਂ ਖਿੜੇ ਮੱਥੇ ਅਕੈਸ ਤਸੀਹੇ ਕਾਲ ਪੁਰਖ ਦਾ ਭਾਣਾ ਮੰਨ ਕੇ ਸੈਣ ਅਤੇ ਬਰਤਾਤਾਂ ਉੱਤੇ ਯਕੀਨ ਨਹੀਂ ਸੀ ਕਰਦਾ। ਇਸ ਪੱਖੋਂ ਮੈਂ ਆਪਣੀ ਲਿਖਤੀ ਗਵਾਹੀ ਦਰਜ ਕਰਨਾ ਚਾਹੁੰਦਾ ਹਾਂ ਕਿ ਜਵਾਨ ਅਤੇ ਵਾਹਿਗੁਰੂ ਵਾਹਿਗੁਰੂ ਉਚਾਰਦੇ ਨਿੱਤ ਸੈਂਕੜੇ ਬੰਦਿਆਂ ਨੇ ਅਜਿਹੇ ਤਸੀਹੇ ਗੁਰੂ ਕੇ ਬਾਗ 'ਚ ਸਹਾਰੇ ਜਿਸ ਨੂੰ ਦੁਨੀਆ ਦੀ ਕਿਸੇ ਵੀ ਕੌਮ ਨੇ ਸਾਡੇ ਵੇਖੇ ਸੁਣੇ 'ਚ ਨਹੀਂ ਭੋਗਿਆ। ਮੈਂ ਇਸ ਗੱਲ ਨੂੰ ਪੂਰੀ ਸੱਚਾਈ ਅਤੇ ਇਮਾਨਦਾਰੀ ਨਾਲ ਆਖ ਰਿਹਾ, ਅਕਾਲ ਤਖਤ ਸਾਹਿਬ ਅੱਗੇ ਅਰਦਾਸ ਕਰਨ ਵਾਲਾ ਹਰ ਬੰਦਾ ਹੀਰੋ ਹੋ ਜਾਂਦਾ। ਅਜਿਹਾ ਉਹ ਆਪਣੇ ਦ੍ਰਿੜ ਅਤੇ ਅਜਿੱਤ ਵਿਸ਼ਵਾਸ ਕਰਕੇ ਕਰਦਾ। ਗੁਰੂ ਅਤੇ ਪੰਥ ਦੀ ਸੇਵਾ ਵਾਸਤੇ ਦੁਨੀਆ ਦੇ ਜਹਾਦੀਆਂ ਦੀਆਂ ਤਮਾਮ ਕਹਾਣੀਆਂ ਗੁਰੂ ਕਾ ਬਾਗ ਅਤੇ ਜੈਤੋਂ ਦੀਆਂ ਘਟਨਾਵਾਂ ਅੱਗੇ ਮਾਮੂਲੀ ਸਾਬਤ ਹੁੰਦੀਆਂ ਨੇ। ਚਮਕੌਰ ਦੀ ਗੜ੍ਹੀ, ਸਰਹੰਦ ਦਾ ਸਾਕਾ, ਚੱਪੜਚਿੜੀ ਦਾ ਮੈਦਾਨ ਸਾਡੇ ਮਹਾਨ ਵਿਰਸੇ ਦੇ ਉਹ ਸ਼ਾਨਮੱਤੇ ਬੁਰਜ ਨੇ ਜਿਹੜੇ ਸਾਨੂੰ ਦੱਸਦੇ ਨੇ ਕਿ ਜਦੋਂ ਆਪਣੀ ਮਿੱਟੀ, ਆਪਣੇ ਵਿਰਸੇ ਦਾ ਇਸ਼ਕ ਜ਼ਿੰਦਗੀ ਦਾ ਗੀਤ ਬਣ ਜਾਵੇ ਤਾਂ ਫਿਰ ਸਮੇਂ ਦੇ ਸਿਕੰਦਰ ਗਲੀਆਂ ਦੇ ਕੱਖ ਹੋ ਨਿਬੜਦੇ ਨੇ। ਆਪਣੇ ਵਿਰਸੇ ਤੋਂ ਮੁਨਕਰ ਹੋਏ ਉਹ ਲੋਕ ਜੇ ਆਪਣੇ ਆਪ ਨੂੰ ਇਨਕਲਾਬੀ ਕਹਿਣ ਲੱਗ ਜਾਣ ਤਾਂ ਕਿਸੇ ਨੂੰ ਕੀ ਉਜਰ ਹੋ ਸਕਦਾ। ਨਾਸਤਕਾਂ ਦੇ ਮੱਕੇ ਵਿਜੇਵਾੜਾ ਦੀ ਗੱਲ ਕਰਦੇ ਹਾਂ, ਤੁਹਾਨੂੰ ਨਾਸਤਕਾਂ ਦੀਆਂ ਖੱਡਾਂ ਦੀ ਸੈਰ ਕਰਾਉਣ ਤੁਰ ਪਿਆ। ਚਲੋ ਹੁਣ ਮੈਂ ਖੱਡਾਂ ਤੋਂ ਬਾਹਰ ਲੈ ਆਉਣਾ। ਲਓ ਜੀ, ਮੈਂ ਅਤੇ ਗੁਰਿੰਦਰ 2 ਦਿਨ ਭਾਰਤ ਭਰ ਤੋਂ ਪੁੱਜੇ ਹੋਏ ਨਾਸਤਕਾਂ ਦੀ ਮਹਾਨਤਾ ਦੇ ਦਰਸ਼ਨ ਕੀਤੇ। ਇੱਕ ਗੱਲ ਯਾਦ ਰੱਖਿਓ, ਨਾਸਤਕਾਂ ਅਤੇ ਆਸਤਕਾਂ ਦੇ ਵਿੱਚ ਸਿਰਫ ਇੰਨਾ ਹੀ ਫਰਕ ਹੁੰਦਾ ਕਿ ਇੱਕ ਧੜਾ ਰੱਬ ਨੂੰ ਮੰਨਦਾ ਅਤੇ ਦੂਜਾ ਨਹੀਂ ਮੰਨਦਾ। ਬਾਕੀ ਸਭ ਖੋਹ ਖੁਆਈ, ਲੁੱਟਮਾਰ ਸਭ ਕੁਝ ਉਹੀ ਆ। ਵਿਜੇਵਾੜਾ ਤੋਂ ਅਸੀਂ ਬੱਸ ਫੜੀ ਅਤੇ ਹੈਦਰਾਬਾਦ ਆਣ ਪੁੱਜੇ। ਅਸੀਂ ਇੱਥੇ ਮਸ਼ਹੂਰ ਸਲਾਰ ਜੰਗ ਅਜਾਇਬ ਘਰ ਵਿੱਚ ਪਹੁੰਚੇ। ਮੀਰ ਯੂਸਫ ਅਲੀ ਖਾਨ ਸੰਸਾਰ ਜੰਗ ਤੀਜੇ 1899 'ਚ ਜਨਮ ਹੋਇਆ ਅਤੇ 1949 ਵਿੱਚ ਪੂਰੇ ਹੋ ਗਏ। ਪੱਟੂ ਨੇ ਵਿਆਹ ਨਹੀਂ ਸੀ ਕਰਾਇਆ, ਦੁਨੀਆ ਭਰ ਤੋਂ ਵਿਲੱਖਣ ਚੀਜ਼ਾਂ ਲਿਆ ਕੇ ਅਜਾਇਬ ਘਰ ਬਣਾਇਆ। ਉਹ 35 ਸਾਲ ਇਹ ਖਜ਼ਾਨਾ ਇਕੱਠਾ ਕਰਦਾ ਰਿਹਾ। ਇਸ ਅਜਾਇਬ ਘਰ ਵਿੱਚ ਔਰੰਗਜ਼ੇਬ ਦਾ ਖੰਜਰ, ਟੀਪੂ ਸੁਲਤਾਨ ਦੀ ਪੱਗ, ਉਹਦੀ ਕੁਰਸੀ, ਮਿਸਰ ਦੇ ਲੱਕੜ ਦਾ ਸਮਾਨ, ਦੁਨੀਆ ਭਰ ਦੀਆਂ ਕੀਮਤੀ ਪੇਂਟਿੰਗਾਂ, ਹੋਰ ਪਤਾ ਨਹੀਂ ਕਿਆ ਲਟਾ ਪਟਾ ਲਿਆ ਕੇ ਰੱਖਿਆ ਹੋਇਆ। ਇਸ ਅਜਾਇਬ ਘਰ ਨੂੰ ਚੰਗੀ ਤਰ੍ਹਾਂ ਵੇਖਣ ਲਈ 2 ਦਿਨ ਚਾਹੀਦੇ ਨੇ। ਸਲਾਰ ਜੰਗ ਅਜਾਇਬ ਘਰ ਦੇ ਮੂਹਰੇ ਇੱਕ ਬੰਦਾ ਬਹੁਤ ਹੀ ਸੋਹਣਾ ਸੱਪ ਕੱਢ ਚਾਹ ਬਣਾਉਂਦਾ ਹੈ। ਮੈਂ ਉਸ ਕੋਲੋਂ 4-5 ਕੱਪ ਚਾਹ ਦੇ ਪੀਤੇ। ਫਿਰ ਗੁਰਿੰਦਰ ਦੇ ਨਾਲ ਦਿੱਲੀ ਤੇ ਜਾਣ ਲਈ ਸਟੇਸ਼ਨ 'ਤੇ ਚਲਾ ਗਿਆ। ਮੈਂ ਗੋਲਕੁੰਡਾ ਕਿਲ੍ਹਾ ਦੇਖਣ ਚਲਾ ਗਿਆ। ਗੋਲਕੁੰਡਾ ਕੁਤਬ ਸ਼ਾਹੀ ਸਾਮਰਾਜ ਵੇਲੇ ਰਾਜਧਾਨੀ ਰਿਹਾ। ਇਹ 11 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਹੈ। 1687 ਦੇ ਵਿੱਚ ਇਸ ਕਿਲ੍ਹੇ ਨੂੰ ਔਰੰਗਜ਼ੇਬ ਨੇ ਜਿੱਤ ਲਿਆ ਸੀ। ਗੋਲਕੁੰਡਾ ਨੂੰ 17ਵੀਂ ਸਦੀ ਵਿੱਚ ਹੀਰਿਆਂ ਦਾ ਸਭ ਤੋਂ ਵੱਡਾ ਮਜ਼ਾਰ ਮੰਨਿਆ ਜਾਂਦਾ ਸੀ। ਕੋਹਿਨੂਰ ਹੀਰਾ ਵੀ ਗੋਲਕੁੰਡਾ ਦੀ ਦੇਣ ਹੈ। ਇਮਾਰਤ ਸਾਜੀ ਇੰਨੇ ਕਮਾਲ ਦੀ ਹੈ ਕਿ ਕਿਲ੍ਹੇ ਦੇ ਦਰਵਾਜ਼ੇ 'ਤੇ ਵਜਾਈ ਗਈ ਤਾੜੀ ਕਿਲ੍ਹੇ ਦੇ ਸਿਖਰ ਬਾਲਾ ਹਿਸਾਰ 'ਤੇ ਸੁਣੀ ਜਾ ਸਕਦੀ ਹੈ, ਜੋ ਕਿ ਉੱਥੋਂ ਪੌਣਾ ਕਿਲੋਮੀਟਰ ਦੂਰ ਹੈ। ਇਸ ਕਿਲ੍ਹੇ ਨੂੰ ਹੁਣ ਭਾਰਤੀ ਫੌਜ ਦਾ ਤੋਪਖਾਨਾ ਜਾਂ ਸਿਖਲਾਈ ਦਾ ਅੱਡਾ ਹੈ। ਵੇਖ ਕੇ ਗੋਲਕੁੰਡਾ ਖਾ ਗਿਆ ਮਰੂੰਡਾ। ਮੈਂ ਵੀ ਟੈਨਸ਼ਨ ਵੱਲ ਕਰ ਮੂੰਹ ਲਿਆ, ਜਿਵੇਂ ਖੇਤਾਂ ਵਿੱਚ ਚਰ ਕੇ ਰੱਜੀ ਹੋਈ ਮੱਝ ਪਿੰਡ ਵੱਲ ਨੂੰ ਤੁਰ ਪੈਂਦੀ ਹੈ। ਲਓ ਜੀ, ਮਹਾਨ ਵਿਗਿਆਨਕ ਸੋਚ ਦੀ ਕਾਢ, ਹਰੇ ਇਨਕਲਾਬ, ਜਿਸ ਨੂੰ ਪੰਜਾਬ ਨੂੰ ਪੰਜਾਬਾ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਉਸ ਬਾਰੇ ਸਾਡੀ ਬੋਲੀ ਪੁਆਂਦੀ ਦੇ ਵਿੱਚ ਇੱਕ ਬੋਲੀ ਸੁਣ ਲਓ। ਥੋੜ੍ਹਾ ਜਿਹਾ ਕੰਟੈਕਸ ਐਡ ਕਰ ਰਿਹਾ ਹਾਂ ਕਿ ਮਨਜੀਤ ਸਿੰਘ ਰਾਜਪੁਰਾ ਹੁਣੀ ਰਾਜਪੁਰੇ ਤੋਂ ਪੁਆਂਦੀ ਬੋਲਦੇ ਨੇ। ਪੁਆਂਦੀ ਦੀ ਉਹ ਬੋਲੀ ਜਿਹੜੀ ਇੱਕ ਹੁਣ ਵਿਸਰ ਚੁੱਕੀ ਹੈ, ਲੇਕਿਨ ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਨਕੇ ਜਿਸ ਏਰੀਏ ਦੇ ਵਿੱਚ ਆਉਂਦੇ ਨੇ ਉਹ ਸਾਰੇ ਪੁਆਂਦੀ ਦਾ ਹੀ ਏਰੀਆ ਹੈ। ਅਤੇ ਇੱਥੋਂ ਤੱਕ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਾ ਸ਼ਬਦ ਹੈ ਉਹ ਵੀ ਪੁਆਂਦੀ ਦਾ ਹੀ ਸ਼ਬਦ ਹੈ। ਅਤੇ ਇੱਦਾਂ ਲਿਖਿਆ ਇਹਨਾਂ ਨੇ ਕਵਿਤਾ, ਕਹਿੰਦੇ ਹਰੇ ਇਨਕਲਾਬ ਕੇ ਠੱਪ ਸੱਪ ਨੇ ਐਸਾ ਡੰਗਿਆ, ਚੜ੍ਹਿਆ 5 ਪਾਣੀਆਂ ਕੀ ਧਰਤੀ ਨੂੰ ਜ਼ਹਿਰ,
पवन गुरु पानी पिता की धरती पर देखो कैसा होया दिन दी भी कहर, चिड़ियाँ जनौर किधर डारी मार गए, जंगड़ वेले बन गए भीड़ां के शहर। जमीन तो गई इस जवान पे भी बदल छाए, तेरे गैल जो रुत्तां माणियां और दिन मुड़ के ना आए, तेरे गैल जो रुत्तां माणियां और दिन मुड़ के ना आए। वाहिगुरू जी का खालसा, वाहिगुरू जी की फतेह।